बहुत ही प्यारे बच्चों, मेरा नाम है सुखविंदर कौर। ਬੱਚਿਓ ਅੱਜ ਮੈਂ ਤੁਹਾਨੂੰ ਉਹ ਸ਼ਖਸੀਅਤ ਨਾਲ ਮਿਲਾਵਾਂਗੀ ਜਿਨ੍ਹਾਂ ਨੇ ਪੰਜਾਬ ਨੂੰ ਸਿਰਫ ਪੰਜਾਬ ਦੇ ਨਾਂ ਤੋਂ ਹੀ ਨਹੀਂ ਸਗੋਂ ਸੁਰਾਂ ਦੀ ਧਰਤੀ ਦੇ ਨਾਂ ਤੋਂ ਮਸ਼ਹੂਰ ਕਰ ਦਿੱਤਾ ਸੀ। ਉਹ ਆਪਣੇ ਸਮੇਂ ਦੇ ਬਹੁਤ ਹੀ ਚੰਗੇ ਗਾਇਕਾ ਵਜੋਂ ਉੱਭਰ ਕੇ ਸਾਹਮਣੇ ਆਏ। ਉਹਨਾਂ ਨੇ ਪੰਜਾਬੀ ਭਾਸ਼ਾ ਨੂੰ, ਪੰਜਾਬੀ ਬੋਲੀ ਨੂੰ, ਆਪਣੀ ਮਾਤ ਭਾਸ਼ਾ ਨੂੰ ਸਿਖਰਾਂ ਤੱਕ ਪਹੁੰਚਾਤਾ ਸੀ। ਅਤੇ ਉਸ ਸਮੇਂ ਜੋ ਇੱਕ ਲੜਕੀਆਂ ਸਨ ਉਹਨਾਂ ਨੂੰ ਗਾਉਣ ਦੀ ਮਨਾਹੀ ਸੀ। ਗਾਉਣਾ ਇੰਨਾ ਚੰਗਾ ਨਹੀਂ ਸੀ ਮੰਨਿਆ ਜਾਂਦਾ ਉਸ ਸਮੇਂ, ਪਰ ਉਹਨਾਂ ਨੇ ਸਮਾਜ ਨਾਲ ਲੜ ਕੇ ਆਪਣੇ ਚੰਗੇ ਕੰਮਾਂ ਲਈ ਅੱਗੇ ਤੱਕ ਜਾਣ ਲਈ ਉਹਨਾਂ ਨੇ ਬੜੀ ਮਿਹਨਤ ਕੀਤੀ। ਬਹੁਤ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪਿਆ, ਪਰ ਉਹ ਹਾਰੇ ਨਹੀਂ, ਸਗੋਂ ਗਾਇਕੀ ਦੇ ਖੇਤਰ ਵਿੱਚ ਲੜਕੀਆਂ ਦਾ ਨਾਮ, ਔਰਤਾਂ ਦਾ ਨਾਮ ਰੌਸ਼ਨ ਕੀਤਾ। ਅਤੇ ਬੱਚਿਓ ਉਹ ਸ਼ਖਸੀਅਤ ਹਨ ਪੰਜਾਬ ਦੀ ਲੋਕ ਗਾਇਕਾ ਸੁਰਿੰਦਰ ਕੌਰ, ਜਿਨ੍ਹਾਂ ਨੂੰ ਪੰਜਾਬ ਦੀ ਕੋਇਲ ਕਿਹਾ ਜਾਂਦਾ ਹੈ, ਕਿਉਂਕਿ ਕੋਇਲ ਬਹੁਤ ਸੁਰੀਲਾ ਪੰਛੀ ਹੈ। ਜਦੋਂ ਗਾਉਂਦੀ ਹੈ ਕੋਇਲ ਤਾਂ ਚਾਰੇ ਪਾਸੇ ਇੱਕ ਸ਼ਾਂਤ ਵਾਤਾਵਰਨ ਹੋ ਜਾਂਦਾ ਹੈ। ਸੁਰ ਸੰਗੀਤ ਦੇ ਵਾਤਾਵਰਨ ਦੇ ਵਿੱਚ ਸਾਰਾ ਆਸਾ ਪਾਸਾ ਮਗਨ ਹੋ ਜਾਂਦਾ ਹੈ। ਇਸ ਤਰ੍ਹਾਂ ਸਨ ਲੋਕ ਗਾਇਕਾ ਸੁਰਿੰਦਰ ਕੌਰ, ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਸੁਰਾਂ ਸੰਗੀਤ ਦੇ ਨਾਲ ਚਾਨਣ ਫੈਲਾਤਾ ਸੀ। ਸੋ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਬੱਚਿਓ ਤੁਹਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ। ਅਤੇ ਆਪਾਂ ਉਹਨਾਂ ਦੇ ਨਾਲ ਸੰਬੰਧਿਤ ਪਾਠ, ਜੋ ਕਿ ਤੁਹਾਡੀ ਪਾਠ ਪੁਸਤਕ ਦੇ ਵਿੱਚ ਪਾਠ ਨੰਬਰ 3 ਦੇ ਤੌਰ 'ਤੇ ਦਰਜ ਹੈ, ਉਹ ਆਪਾਂ ਪੜ੍ਹਦੇ ਹਾਂ। ਅਤੇ ਉਹਨਾਂ ਦੇ ਨਾਲ ਜਿੰਨੀਆਂ ਵੀ ਜਾਣਕਾਰੀਆਂ ਨੇ ਉਹਨਾਂ ਦੀ ਜ਼ਿੰਦਗੀ ਦੇ ਨਾਲ ਸੰਬੰਧਿਤ, ਅਤੇ ਜੋ ਵੀ ਜਾਣਕਾਰੀਆਂ ਜੁੜੀਆਂ ਨੇ ਉਹਨਾਂ ਨਾਲ, ਅਤੇ ਉਹ ਸਾਰੀਆਂ ਆਪਾਂ ਤੁਹਾਨੂੰ ਦੱਸਾਂਗੇ। ਚਲੋ ਫਿਰ ਆਪਾਂ ਪਾਠ ਪੜ੍ਹੀਏ। ਕਲਾਕਾਰ ਕਿਸੇ ਵੀ ਕੌਮ ਦਾ ਅਮੁੱਲ ਸਰਮਾਇਆ ਹੁੰਦੇ ਹਨ। ਸੁਰਿੰਦਰ ਕੌਰ ਪੰਜਾਬ ਦੀ ਹੀ ਨਹੀਂ ਸਗੋਂ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਲ ਕਰਨ ਵਾਲੀ ਪੰਜਾਬੀ ਗਾਇਕਾ ਸੀ। ਉਹ ਆਪਣੀ ਸੁਰੀਲੀ ਆਵਾਜ਼ ਸਦਕਾ ਪੰਜਾਬੀਆਂ ਦੇ ਦਿਲਾਂ 'ਤੇ ਛਾਈ ਰਹੀ। ਭਾਵੇਂ ਸੁਰਿੰਦਰ ਕੌਰ, ਪ੍ਰਕਾਸ਼ ਕੌਰ ਅਤੇ ਨਰਿੰਦਰ ਕੌਰ ਤਿੰਨਾਂ ਭੈਣਾਂ ਨੇ ਹੀ ਪੰਜਾਬੀ ਗਾਇਕੀ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ, ਪਰ ਜੋ ਸ਼ੌਹਰਤ ਤੇ ਮਾਣ ਸੁਰਿੰਦਰ ਕੌਰ ਨੂੰ ਹਾਸਲ ਹੋਇਆ ਉਹ ਬੇਮਿਸਾਲ ਸੀ। ਸੁਰਿੰਦਰ ਕੌਰ ਦਾ ਜਨਮ 25 ਨਵੰਬਰ 1929 ਈਸਵੀ ਨੂੰ ਦੀਵਾਨ ਬਿਸ਼ਨ ਸਿੰਘ ਦੇ ਘਰ ਮਾਂ ਮਾਇਆ ਦੇਵੀ ਦੀ ਕੁੱਖੋਂ ਲਾਹੌਰ ਵਿਖੇ ਹੋਇਆ। ਉਸ ਨੂੰ ਬਚਪਨ ਤੋਂ ਹੀ ਲੋਕ ਸੰਗੀਤ ਅਤੇ ਸ਼ਾਸਤਰੀ ਸੰਗੀਤ ਦੋਹਾਂ ਨਾਲ ਲਗਾਅ ਸੀ। ਸੁਰਿੰਦਰ ਕੌਰ ਆਪ ਵੀ ਇਸ ਗੱਲ ਨੂੰ ਮੰਨਦੀ ਸੀ। ਸੰਗੀਤ ਦੇ ਖੇਤਰ ਵਿੱਚ ਉਸ ਦੇ ਬਹੁਤ ਉਸਤਾਦ ਸਨ। ਸੁਰਿੰਦਰ ਕੌਰ ਨੇ ਬੜੇ ਗੁਲਾਮ ਅਲੀ ਖਾਨ ਦੇ ਭਾਣਜੇ ਅਨਾਇਤ ਹੁਸੈਨ ਤੋਂ ਸ਼ਾਸਤਰੀ ਸੰਗੀਤ ਦੀ ਸਿੱਖਿਆ ਲਈ। ਪਟਿਆਲੇ ਘਰਾਣੇ ਦੇ ਸੰਗੀਤ ਸ਼ਾਸਤਰੀ ਉਸਤਾਦਾਂ ਤੋਂ ਸ਼ਾਸਤਰੀ ਸੰਗੀਤ, ਗਜ਼ਲ ਅਤੇ ਠੁਮਰੀ ਦੀ ਸਿੱਖਿਆ ਗ੍ਰਹਿਣ ਕੀਤੀ। ਕਾਫੀਆਂ ਗਾਉਣ ਦਾ ਹੁਨਰ ਕੁੰਦਨ ਲਾਲ ਸ਼ਰਮਾ ਤੋਂ ਸਿੱਖਿਆ। ਉਸ ਨੂੰ ਸਿੱਖਿਆ ਦੀ ਇੰਨੀ ਪ੍ਰਬਲ ਇੱਛਾ ਸੀ ਕਿ ਜਿੱਥੋਂ ਵੀ ਕਿਧਰੇ ਸਿੱਖਣ ਦਾ ਮੌਕਾ ਮਿਲਿਆ ਉਸ ਨੂੰ ਹੱਥੋਂ ਨਹੀਂ ਗਵਾਇਆ। ਸੁਰਿੰਦਰ ਕੌਰ ਨੂੰ 12-13 ਸਾਲ ਦੀ ਉਮਰ ਵਿੱਚ ਹੀ ਲਾਹੌਰ ਰੇਡੀਓ ਸਟੇਸ਼ਨ 'ਤੇ ਬੱਚਿਆਂ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ। ਉੱਥੇ ਉਸਨੇ ਪਹਿਲਾ ਗੀਤ ਗਾਇਆ। ਉਸ ਦੀ ਆਵਾਜ਼ ਤੋਂ ਪ੍ਰਭਾਵਿਤ ਹੋ ਕੇ ਪ੍ਰਬੰਧਕਾਂ ਨੇ ਸੁਰਿੰਦਰ ਕੌਰ ਨੂੰ ਰੇਡੀਓ ਸਟੇਸ਼ਨ ਤੋਂ ਅਕਸਰ ਗਵਾਉਣਾ ਸ਼ੁਰੂ ਕਰ ਦਿੱਤਾ। ਛੇਤੀ ਹੀ ਉਸ ਦੀ ਪ੍ਰਸਿੱਧੀ ਇੰਨੀ ਵੱਧ ਗਈ ਕਿ ਹਿਸ ਮਾਸਟਰਸ ਵਾਈਸ ਕੰਪਨੀ ਵਾਲਿਆਂ ਨੇ ਅਤੇ ਫਿਲਮ ਇੰਡਸਟਰੀ ਵਾਲਿਆਂ ਨੇ ਉਸ ਨੂੰ ਗਾਉਣ ਲਈ ਬੁਲਾਇਆ। ਨਵੰਬਰ 1943 ਈਸਵੀ ਵਿੱਚ ਉਸ ਦਾ ਪਹਿਲਾ ਗੀਤ ਮਾਵਾਂ ਤੇ ਧੀਆਂ ਰਲ ਬੈਠੀਆਂ ਨੇ ਮਾਏ ਰਿਕਾਰਡ ਹੋਇਆ। ਸੁਰਿੰਦਰ ਕੌਰ ਦਾ ਵਿਆਹ ਸਰਦਾਰ ਜੋਗਿੰਦਰ ਸਿੰਘ ਸੋਢੀ ਨਾਲ 1948 ਈਸਵੀ ਵਿੱਚ ਹੋਇਆ। ਉਸਨੇ ਕੁਝ ਸਮਾਂ ਮੁੰਬਈ ਰਹਿ ਕੇ ਫਿਲਮਾਂ ਵਿੱਚ ਗੀਤ ਗਾਏ, ਪਰ ਉਹ ਮੁੰਬਈ ਬਹੁਤਾ ਸਮਾਂ ਨਾ ਰਹਿ ਸਕੀ। 1951 ਈਸਵੀ ਵਿੱਚ ਪਰਿਵਾਰ ਸਮੇਤ ਦਿੱਲੀ ਆ ਗਈ। ਉਸ ਸਮੇਂ ਉਸ ਕੋਲ ਆਪਣੀ ਮਿੱਠੀ ਆਵਾਜ਼ ਅਰਥਾਤ ਸੁਰੀਲੇ ਗਲੇ ਤੋਂ ਬਿਨਾਂ ਕੁਝ ਵੀ ਨਹੀਂ ਸੀ। ਉਸ ਨੂੰ ਮਹਿਸੂਸ ਹੁੰਦਾ ਕਿ ਉਸਦੇ ਗਲੇ ਵਿੱਚ ਰੱਬ ਵਸਦਾ ਹੈ ਅਤੇ ਸੰਗੀਤ ਤੋਂ
ਉਸ ਨੂੰ ਇਲਾਹੀ ਸਰੂਰ ਮਿਲਦਾ ਹੈ ਤੇ ਦੁੱਖ ਸੁੱਖ ਵਿੱਚ ਸੰਗੀਤ ਹੀ ਉਸ ਦਾ ਸਾਥੀ ਹੈ। ਉਹ ਆਪਣੀ ਗਾਇਕੀ ਬਾਰੇ ਦੱਸਦੀ ਹੈ, ਗਾਉਣ ਦਾ ਸ਼ੌਂਕ ਮੈਨੂੰ ਬਚਪਨ ਤੋਂ ਹੀ ਸੀ। ਮੈਂ ਤਾਂ ਇੰਨਾ ਕਹਾਂਗੀ ਕਿ ਇਹ ਸ਼ੌਂਕ ਮੈਨੂੰ ਰੱਬ ਨੇ ਲਾਇਆ ਹੈ। ਰੱਬ ਦੀ ਅਪਾਰ ਕਿਰਪਾ ਨਾਲ ਇਹ ਸ਼ੌਂਕ ਪੂਰਾ ਹੋਇਆ ਅਤੇ ਹੁੰਦਾ ਰਹੇਗਾ। ਇਸ ਵਿੱਚ ਕੋਈ ਝੂਠ ਨਹੀਂ ਕਿ ਇਸ ਸ਼ੌਂਕ ਨੂੰ ਉਸਨੇ ਆਪਣੀ ਉਮਰ ਦੇ 7 ਦਹਾਕੇ ਨਿਭਾਇਆ। ਸੁਰਿੰਦਰ ਕੌਰ ਨੇ ਵਧੇਰੇ ਕਰਕੇ ਲੋਕ ਗੀਤ ਗਾਏ, ਉਂਝ ਗਜ਼ਲਾਂ ਤੇ ਸਾਹਿਤਕ ਗੀਤ ਵੀ ਗਾਏ। ਉਸਦੇ ਗਾਏ ਗੀਤ ਪਿੰਡ ਪਿੰਡ, ਸ਼ਹਿਰ ਸ਼ਹਿਰ, ਦੇਸ ਪਰਦੇਸ ਹਰ ਥਾਂ 'ਤੇ ਪਹੁੰਚ ਗਏ। ਜਿੱਥੇ ਵੀ ਪੰਜਾਬੀ ਵਸਦੇ ਹਨ ਉੱਥੇ ਹਰ ਘਰ ਵਿੱਚ ਸੁਰਿੰਦਰ ਕੌਰ ਦੀ ਆਵਾਜ਼ ਸੁਣਾਈ ਦਿੰਦੀ ਹੈ। ਹਰ ਘਰ ਵਿੱਚ ਵਿਆਹ ਸ਼ਾਦੀ ਦਾ ਪ੍ਰੋਗਰਾਮ ਉਦੋਂ ਤੱਕ ਪੂਰਾ ਨਹੀਂ ਹੁੰਦਾ ਜਦੋਂ ਤੱਕ ਮਾਵਾਂ ਤੇ ਧੀਆਂ ਰਲ ਬੈਠੀਆਂ ਨਿਮਾਈ ਜਾਂ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਈਆ ਵਰਗੇ ਗੀਤ ਨਾ ਗਾਏ ਜਾਣ। ਸੁਰਿੰਦਰ ਕੌਰ ਦੇ ਗਾਏ ਗੀਤ ਬਹੁਤ ਹਨ, ਪਰ ਉਹਨਾਂ ਵਿੱਚੋਂ ਵਧੇਰੇ ਹਰਮਨ ਪਿਆਰੇ ਗੀਤਾਂ ਦੇ ਬੋਲ ਇਹ ਹਨ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਤੇਰੇ ਪੈਰ ਬਾਂਕੀਏ ਨਾਰੇ ਨੀ। ਆਪਾਂ ਇਸ ਨੂੰ ਗਾ ਵੀ ਸਕਦੇ ਹਾਂ ਬੱਚਿਓ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਤੇਰੇ ਪੈਰ ਬਾਂਕੀਏ ਨਾਰੇ ਨੀ ਹੋ, ਨੀ ਅੜੀਏ ਕੰਡਾ ਚੁਬਾ ਤੇਰੇ ਪੈਰ ਬਾਂਕੀਏ ਨਾਰੇ ਨੀ ਹੋ। ਕੌਣ ਕੱਢੂ ਤੇਰਾ ਕਾਂਡੜਾ ਮੁਟਿਆਰੇ ਨੀ, ਕੌਣ ਸਹੂ ਤੇਰੀ ਪੀੜ ਬਾਂਕੀਏ ਨਾਰੇ ਨੀ ਹੋ, ਨੀ ਅੜੀਏ ਕੌਣ ਸਹੂ ਤੇਰੀ ਪੀੜ ਬਾਂਕੀਏ ਨਾਰੇ ਨੀ ਹੋ। ਭਾਬੋ ਕੱਢੂ ਮੇਰਾ ਕਾਂਡੜਾ ਸਿਪਾਹੀਆ ਵੇ, ਵੀਰ ਸਹੂ ਮੇਰੀ ਪੀੜ ਮੈਂ ਤੇਰੀ ਮਹਿਰਮ ਨਾਹੀ, ਓੜਿਆ ਵੀਰ ਸਹੂ ਮੇਰੀ ਪੀੜ ਮੈਂ ਤੇਰੀ ਮਹਿਰਮ ਨਾਹੀ। ਸੋ ਬੱਚੋ ਇਸ ਤਰ੍ਹਾਂ ਇਹ ਗਾਇਆ ਜਾਂਦਾ ਹੈ। ਤੇ ਅੱਗੇ ਆ ਗਿਆ ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਈ। ਇਹ ਕਿਸ ਤਰ੍ਹਾਂ ਗਾਇਆ ਜਾਂਦਾ ਬੱਚੋ? ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ, ਕੋਈ ਕਰਦੀਆਂ ਗਲੋੜੀਆਂ ਨੀ, ਕਣਕਾਂ ਲੰਮੀਆਂ ਧੀਆਂ ਕਿਉਂ ਜੰਮੀਆਂ ਨੀ ਮਾਏ। ਬਹੁਤ ਸੁੰਦਰ ਗੀਤ ਹੈ, ਬਹੁਤ ਸੋਹਣਾ ਗੀਤ ਹੈ ਬੱਚੋ। ਤੇ ਅੱਗੇ ਆ ਗਿਆ ਆਪਣਾ ਬਹੁਤ ਸੁੰਦਰ ਗੀਤ, ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡ ਜਾਣਾ, ਸਾਡੀ ਲੰਮੀ ਉਡਾਰੀ ਵੇ ਬਾਬਲ ਕਿਹੜੇ ਦੇਸ ਜਾਣਾ। ਇਹ ਕਿਸ ਤਰ੍ਹਾਂ ਗਾਇਆ ਜਾਂਦਾ? ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡ ਜਾਣਾ, ਸਾਡੀ ਲੰਮੀ ਉਡਾਰੀ ਵੇ ਬਾਬਲ ਕਿਹੜੇ ਦੇਸ ਜਾਣਾ। ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ ਬਾਬਲ ਡੋਲਾ ਨਹੀਂ ਲੰਘਣਾ, ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ ਬਾਬਲ ਡੋਲਾ ਨਹੀਂ ਲੰਘਣਾ। ਇੱਕ ਇੱਟ ਪੁਟਾ ਦੇਵਾਂ ਧੀਏ ਕਰ ਜਾ ਆਪਣੇ, ਇੱਕ ਇੱਟ ਪੁਟਾ ਦੇਵਾਂ ਧੀਏ ਕਰ ਜਾ ਆਪਣੇ, ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡ ਜਾਣਾ, ਸਾਡੀ ਲੰਮੀ ਉਡਾਰੀ ਵੇ ਬਾਬਲ ਕਿਹੜੇ ਦੇਸ ਜਾਣਾ। ਤੇ ਜੋ ਅਗਲਾ ਉਹਨਾਂ ਦਾ ਮਸ਼ਹੂਰ ਗੀਤ ਹੈ ਬੱਚੋ, ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਇਆ, ਆਵੋ ਸਾਹਮਣੇ ਕੋਲੋਂ ਦੀ ਰੁੱਸ ਕੇ ਨਾ ਲੰਘ ਮਾਇਆ। ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਇਆ, ਆਵੋ ਸਾਹਮਣੇ ਕੋਲੋਂ ਦੀ ਰੁੱਸ ਕੇ ਨਾ ਲੰਘ ਮਾਇਆ। ਸਾਡੇ ਕੰਧਾਂ ਤੋਂ
ਸਾਡੇ ਕੰਧਾਂ ਤੋਂ ਮਾਰਿਆ ਈ ਅੱਕ ਵੇ, ਮੇਰੇ ਆਟੇ ਦੇ ਵਿੱਚ ਹੱਥ ਵੇ, ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਇਆ। ਆਵੋ ਸਾਹਮਣੇ ਕੋਲੋਂ ਦੀ ਰੁੱਸ ਕੇ ਨਾ ਲੰਘ ਮਾਇਆ। ਸੋ ਇਹ ਉਹਨਾਂ ਦੇ ਜੋ ਬਹੁਤ ਮਸ਼ਹੂਰ ਲੋਕ ਗੀਤ ਨੇ ਬੱਚਿਓ, ਇਹ ਲੋਕ ਗੀਤ ਨੇ ਅਤੇ ਇਹ ਆਪਣੇ ਪੰਜਾਬੀ ਵਿਰਸੇ ਦਾ ਇੱਕ ਅਹਿਮ ਅੰਗ ਨੇ। ਠੀਕ ਹੈ ਨਾ, ਗਾਇਆ ਕਰੋ ਇਸ ਤਰ੍ਹਾਂ ਦੇ ਲੋਕ ਗੀਤਾਂ ਨੂੰ। ਅਤੇ ਅੱਗੇ ਆਪਾਂ ਦੇਖਦੇ ਹਾਂ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹੋਰ ਕੀ ਕੀ ਹੋਇਆ। ਸਾਡਾ ਚਿੜੀਆਂ ਦਾ ਚੰਬਾ ਵਾਲਾ ਗੀਤ ਤਿੰਨੇ ਭੈਣਾਂ ਪ੍ਰਕਾਸ਼ ਕੌਰ, ਸੁਰਿੰਦਰ ਕੌਰ ਅਤੇ ਨਰਿੰਦਰ ਕੌਰ ਨੇ ਗਾਇਆ ਅਤੇ ਫਿਰ ਇਹੀ ਗੀਤ ਤਿੰਨ ਪੀੜ੍ਹੀਆਂ ਸੁਰਿੰਦਰ ਕੌਰ, ਉਸਦੀ ਧੀ ਡੋਲੀ ਗੁਲੇਰੀਆ ਅਤੇ ਦੋਤੀ ਸੁਨੈਨਾ ਨੇ ਵੀ ਗਾਇਆ। ਪ੍ਰਕਾਸ਼ ਕੌਰ ਅਤੇ ਸੁਰਿੰਦਰ ਕੌਰ ਦਾ ਗੀਤ ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ ਬਹੁਤ ਮਸ਼ਹੂਰ ਹੋਇਆ। ਬੱਚਿਓ, ਸਾਡਾ ਚਿੜੀਆਂ ਦਾ ਚੰਬਾ ਜੋ ਗੀਤ ਹੈ ਨਾ, ਜਿਵੇਂ ਉਹ ਤਿੰਨੋਂ ਭੈਣਾਂ ਸਨ, ਪ੍ਰਕਾਸ਼ ਕੌਰ, ਸੁਰਿੰਦਰ ਕੌਰ ਅਤੇ ਨਰਿੰਦਰ ਕੌਰ, ਉਹਨਾਂ ਨੇ ਗਾਇਆ ਸੀ। ਅਤੇ ਫਿਰ ਅੱਗੇ ਇਹਨਾਂ ਦੀਆਂ ਤਿੰਨ ਪੀੜ੍ਹੀਆਂ ਮਤਲਬ ਪਹਿਲਾਂ ਜਿਵੇਂ ਉਹਨਾਂ ਨੇ ਸੁਰਿੰਦਰ ਕੌਰ ਅਤੇ ਉਹਨਾਂ ਦੀ ਧੀ, ਅਗਲੀ ਪੀੜ੍ਹੀ ਆ ਗਈ ਡੋਲੀ ਗੁਲੇਰੀਆ, ਅਤੇ ਫਿਰ ਉਸ ਤੋਂ ਅਗਲੀ ਪੀੜ੍ਹੀ ਆ ਗਈ ਦੋਤੀ ਸੁਨੈਨਾ, ਉਹਨਾਂ ਨੇ ਵੀ ਗਾਇਆ। ਠੀਕ ਹੈ ਨਾ, ਜਿਵੇਂ ਅਗਲੀ ਜਨਰੇਸ਼ਨ ਆਪਾਂ ਕਹਿ ਦਿੰਦੇ ਹੁੰਦੇ ਹਾਂ। ਅਤੇ ਇਸ ਤਰ੍ਹਾਂ ਉਹਨਾਂ ਦੇ ਜੋ ਗੀਤ ਸਨ ਬਹੁਤ ਮਸ਼ਹੂਰ ਸਨ, ਕਿਉਂਕਿ ਆਪਣੇ ਸਮੇਂ ਦੇ ਉਹ ਪੰਜਾਬ ਦੀ ਕੋਇਲ ਨਾਂ ਦਾ ਰੁਤਬਾ ਲੈਣਾ ਕੋਈ ਛੋਟੀ ਗੱਲ ਨਹੀਂ ਹੁੰਦੀ। ਬਹੁਤ ਮਸ਼ਹੂਰ ਸਮੇਂ ਦੇ ਗਾਇਕਾ ਸਨ ਉਹ। ਅਤੇ ਅੱਗੇ ਦੇਖਦੇ ਹਾਂ ਆਪਾਂ, ਸੁਰਿੰਦਰ ਕੌਰ ਦੇ ਗਾਏ ਗੀਤ ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹਨ। ਇਹ ਪੰਜਾਬੀ ਸੱਭਿਆਚਾਰ ਦਾ ਹਿੱਸਾ ਹੀ ਬਣ ਗਏ ਹਨ। ਵੱਡੀ ਗੱਲ ਉਸ ਦੀ ਗਾਇਕੀ ਸਾਫ ਸੁਥਰੀ ਹੈ। ਉਸਨੇ ਹਰ ਗੀਤ ਨੂੰ ਰੂਹ ਨਾਲ ਗਾਇਆ, ਭਾਵੇਂ ਉਸਨੇ ਸੁਹਾਗ ਗਾਏ, ਘੋੜੀਆਂ ਗਾਈਆਂ, ਮਾਨਵੀ ਹਾਵਾਂ ਭਾਵਾਂ ਦੀ ਤਰਜਮਾਨੀ ਕਰਦੇ ਲੋਕ ਗੀਤ ਗਾਏ ਜਾਂ ਸਾਹਿਤਕ ਗੀਤ ਗਾਏ। ਉਸ ਦੀ ਗਾਇਕੀ ਦਾ ਇੱਕ ਵੱਖਰਾ ਹੀ ਰੰਗ ਹੈ। ਉਸ ਦੇ ਸਿਰਕੱਢ ਗਾਇਕਾ ਬਣਨ ਵਿੱਚ ਉਸ ਦੇ ਪਤੀ ਸਰਦਾਰ ਜੋਗਿੰਦਰ ਸਿੰਘ ਦਾ ਵੀ ਭਰਪੂਰ ਯੋਗਦਾਨ ਰਿਹਾ ਹੈ। ਉਹ ਵਧੀਆ ਕਵਿਤਾਵਾਂ ਲੱਭ ਕੇ ਲਿਆਉਂਦੇ ਅਤੇ ਫਿਰ ਉਹਨਾਂ ਬੋਲਾਂ ਨੂੰ ਸੰਗੀਤ ਦੀਆਂ ਧੁਨਾਂ 'ਤੇ ਗਾਉਣ ਲਈ ਉਸਨੂੰ ਉਤਸ਼ਾਹਿਤ ਕਰਦੇ, ਰੋਜ਼ਾਨਾ ਰਿਆਜ਼ ਕਰਨ ਲਈ ਆਖਦੇ। ਸੁਰਿੰਦਰ ਕੌਰ ਨੇ ਅੰਮ੍ਰਿਤਾ ਪ੍ਰੀਤਮ, ਪ੍ਰੋਫੈਸਰ ਮੋਹਨ ਸਿੰਘ, ਸ਼ਿਵ ਕੁਮਾਰ ਬਟਾਲਵੀ ਦੇ ਗੀਤਾਂ ਨੂੰ ਆਪਣੀ ਸੁਰੀਲੀ ਆਵਾਜ਼ ਦਿੱਤੀ। ਸ਼ਿਵ ਸਿੰਘ ਦਾ ਗੀਤ ਲੰਘ ਆਜਾ ਪੱਤਣ ਝਨਾਂ ਦਾ ਇਸ ਢੰਗ ਨਾਲ ਗਾਇਆ ਕਿ ਇਹ ਗੀਤ ਹਮੇਸ਼ਾ ਲਈ ਲੋਕ ਮਨਾਂ ਵਿੱਚ ਵਸ ਗਿਆ। ਸੋ ਦੇਖਿਆ ਬੱਚਿਓ ਆਪਾਂ ਕਿ ਉਹਨਾਂ ਦੇ ਪਤੀ ਸਰਦਾਰ ਜੋਗਿੰਦਰ ਸਿੰਘ ਨੇ ਉਹਨਾਂ ਦੀ ਕਿੰਨੀ ਮਦਦ ਕੀਤੀ ਸੀ। ਅਗਰ ਉਹ ਮਦਦ ਨਾ ਕਰਦੇ ਤਾਂ ਸ਼ਾਇਦ ਸੁਰਿੰਦਰ ਕੌਰ ਜੀ ਇੰਨੇ ਉੱਚ ਕੋਟੀ ਦੇ ਗਾਇਕਾ ਨਹੀਂ ਸੀ ਹੋਣਾ। ਕਿਉਂਕਿ ਆਵਾਜ਼ ਉਹਨਾਂ ਕੋਲ ਸੀ, ਪਰ ਉਹਨਾਂ ਨੂੰ ਮੌਕੇ ਨਹੀਂ ਸੀ ਮਿਲਣੇ ਅੱਗੇ ਕਿਉਂਕਿ ਪਰਿਵਾਰਕ ਬੰਦਿਸ਼ਾਂ ਦੇ ਵਿੱਚ ਜਦੋਂ ਇੱਕ ਔਰਤ ਪੈ ਜਾਂਦੀ ਹੈ ਤਾਂ ਉਸਨੂੰ ਅੱਗੇ ਵਧਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਤਾਂ ਉਹਨਾਂ ਕੋਲ ਆਵਾਜ਼ ਸੀ, ਇਸ ਗੱਲ ਨੂੰ ਉਹਨਾਂ ਦੇ ਪਤੀ ਨੇ ਬਖੂਬੀ ਸਮਝਿਆ ਅਤੇ ਸਮਝ ਕੇ ਉਹਨਾਂ ਨੂੰ ਅੱਗੇ ਵਧਣ ਦੇ ਭਰਪੂਰ ਮੌਕੇ ਦਿੱਤੇ ਅਤੇ ਉਹਨਾਂ ਦੇ ਵਿੱਚ ਜੋ ਰੱਬੀ ਗੁਣ ਪਿਆ ਹੋਇਆ ਸੀ ਉਹਨਾਂ ਦੀ ਆਵਾਜ਼ ਦੇ ਰੂਪ ਦੇ ਵਿੱਚ, ਉਸ ਨੂੰ ਦਬਣ ਨਹੀਂ ਦਿੱਤਾ, ਸਗੋਂ ਪ੍ਰਕਾਸ਼ਮਾਨ ਕੀਤਾ। ਅਤੇ ਅੱਗੇ ਹੈ, ਸੁਰਿੰਦਰ ਕੌਰ ਦੀ ਆਵਾਜ਼ ਸਰੋਤਿਆਂ ਅਤੇ ਦਰਸ਼ਕਾਂ ਨੂੰ ਘੰਟਿਆਂ ਬੱਧੀ ਕੀਲ ਕੇ ਬਿਠਾ ਸਕਣ ਦੀ ਸਮਰੱਥਾ ਰੱਖਦੀ ਹੈ। ਇਹ ਗੁਣ ਇੱਕ ਦਿਨ ਵਿੱਚ ਨਹੀਂ ਪੈਦਾ ਹੋਇਆ, ਇਸ ਦੇ ਪਿੱਛੇ ਉਸ ਦਾ ਵਰ੍ਹਿਆਂ ਦਾ ਰਿਆਜ਼ ਕੰਮ ਕਰਦਾ ਸੀ। ਸੁਰਿੰਦਰ ਕੌਰ ਦਾ ਹੱਥਾਂ ਵਿੱਚ ਘੁੰਗਰੂ ਫੜ ਕੇ ਤਾਲ ਦੇਣ ਦਾ ਅੰਦਾਜ਼ ਅਤੇ ਉੱਚੀ ਹੇਕ ਸਰੋਤਿਆਂ ਨੂੰ ਕੀਲ ਲੈਂਦੀ ਸੀ। ਉਹ ਸਧਾਰਨ ਲੋਕ ਸਾਜ਼ਾਂ ਦੀ ਵਰਤੋਂ ਕਰਦੀ ਸੀ। ਸੁਰਿੰਦਰ ਕੌਰ ਨੇ ਪੰਜਾਬ ਵਿੱਚ ਹੀ ਨਹੀਂ ਗਾਇਆ, ਸਗੋਂ ਉਹ ਵੱਖ-ਵੱਖ ਸਮੇਂ ਭਾਰਤ ਦੇ ਮਹਾਨਗਰਾਂ ਮੁੰਬਈ, ਕਲਕੱਤਾ, ਪੂਨਾ, ਮਦਰਾਸ ਜਾਂ ਚੇਨਈ, ਬੈਂਗਲੌਰ ਜਾਂ ਬੈਂਗਲੁਰੂ, ਪਟਨਾ, ਦਿੱਲੀ, ਹਰ ਥਾਂ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਜਾਂਦੀ ਸੀ। ਉਸਨੇ ਹਿੰਦੁਸਤਾਨ ਤੋਂ ਬਾਹਰ ਵੀ ਅਨੇਕਾਂ ਮੁਲਕਾਂ ਦਾ ਦੌਰਾ ਕੀਤਾ। ਉਸਨੇ ਚੀਨ, ਰੂਸ, ਇੰਗਲੈਂਡ, ਕੈਨੇਡਾ, ਅਮਰੀਕਾ, ਅਫਰੀਕਾ ਆਦਿ ਦੇਸ਼ ਵਿੱਚ ਜਾ ਕੇ
ਆਪਣੇ ਗੀਤ ਗਾਏ ਤੇ ਪੰਜਾਬੀ ਗਾਇਕੀ ਦੀ ਪੇਸ਼ਕਾਰੀ ਕੀਤੀ। ਆਪਣੀ ਗਾਇਕੀ ਰਾਹੀਂ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਇਹ ਗਾਇਕਾ ਪੰਜਾਬੀ ਜਗਤ ਨੂੰ ਸੰਨ 2006 ਈਸਵੀ ਵਿੱਚ ਸਦੀਵੀ ਵਿਛੋੜਾ ਦੇ ਗਈ। ਉਸ ਦੀਆਂ 3 ਧੀਆਂ ਡੋਲੀ ਗੁਲੇਰੀਆ, ਨੰਦਨੀ ਤੇ ਪ੍ਰਮੋਦਨੀ ਹਨ। ਡੋਲੀ ਗੁਲੇਰੀਆ ਨੂੰ ਗਾਉਣ ਦੀ ਦਾਤ ਵਿਰਸੇ ਵਿੱਚ ਮਿਲੀ ਹੈ ਤੇ ਡੋਲੀ ਦੀ ਧੀ ਸੁਨੈਨਾ ਵੀ ਕਦੇ ਕਦੇ ਗਾ ਲੈਂਦੀ ਹੈ, ਪਰ ਸੁਰਿੰਦਰ ਕੌਰ ਆਪਣੀ ਮਿਸਾਲ ਆਪ ਸੀ। ਉਹ ਪੰਜਾਬੀ ਗਾਇਕੀ ਨੂੰ ਸਮਰਪਿਤ ਹੋ ਕੇ ਦੁਨੀਆ, ਜੋ ਕਿ ਸੰਗੀਤ ਦੀ ਦੁਨੀਆ ਸੀ, ਉਸ ਵਿੱਚ ਹਮੇਸ਼ਾ ਲਈ ਅਮਰ ਹੋ ਗਈ। ਸੋ ਬੱਚੋ, ਇਸ ਅਮਰ ਆਤਮਾ, ਅਮਰ ਇਨਸਾਨ, ਅਮਰ ਪੰਜਾਬ ਦੀ ਕੋਇਲ ਨੂੰ ਹਮੇਸ਼ਾ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਏਗਾ। ਆਪਾਂ ਨੂੰ ਵੀ ਬੱਚਿਓ ਆਪਣੀ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਕੰਮ ਕਰਨੇ ਚਾਹੀਦੇ ਹਨ ਜਿਨ੍ਹਾਂ ਨਾਲ ਅਸੀਂ ਆਪਣਾ ਨਾਂ ਰੌਸ਼ਨ ਕਰੀਏ, ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰੀਏ ਤੇ ਆਪਣੇ ਗੁਰੂਆਂ ਦਾ ਨਾਂ ਰੌਸ਼ਨ ਕਰੀਏ। ਅਤੇ ਆਪਾਂ ਵੀ ਸਾਰੀ ਜ਼ਿੰਦਗੀ ਇਸ ਰਾਹ 'ਤੇ ਚੱਲ ਕੇ ਆਪਣੇ ਆਪ ਨੂੰ ਅੱਗੇ ਲੈ ਕੇ ਜਾਈਏ, ਨਾ ਕਿ ਇਸ ਘੁੰਮਣ ਘੇਰੀ ਦੇ ਚੱਕਰ ਵਿੱਚ ਫਸ ਕੇ ਰਹਿ ਜਾਈਏ। ਆਪਣੇ ਗੁਣਾਂ ਦੀ ਪਹਿਚਾਣ ਕਰੋ ਬੱਚਿਓ, ਠੀਕ ਹੈ, ਅਤੇ ਉਹ ਗੁਣਾਂ ਦੀ ਪਹਿਚਾਣ ਕਰਕੇ ਤੁਸੀਂ ਉਹਨਾਂ ਗੁਣਾਂ ਨੂੰ ਅੱਗੇ ਤੱਕ ਲੈ ਕੇ ਜਾਓ। ਜੋ ਮਾੜੇ ਗੁਣ ਨੇ ਉਹਨਾਂ ਨੂੰ ਤਿਆਗ ਦਿਓ, ਠੀਕ ਹੈ ਨਾ। ਅਤੇ ਮੈਨੂੰ ਇਹ ਪੂਰਾ ਯਕੀਨ ਹੈ ਕਿ ਤੁਹਾਨੂੰ ਜੋ ਪਾਠ ਹੈ ਉਹ ਬੜੀ ਚੰਗੀ ਤਰ੍ਹਾਂ ਸਮਝ ਆਇਆ ਹੈ। ਅਤੇ ਇਸ ਪਾਠ ਦੇ ਨਾਲ ਆਪਾਂ ਕੁਝ ਅਭਿਆਸ ਦੇ ਪ੍ਰਸ਼ਨ ਉੱਤਰ ਕਰਦੇ ਹਾਂ ਅਤੇ ਉਹ ਅਭਿਆਸ ਦੇ ਪ੍ਰਸ਼ਨ ਉੱਤਰ ਵੀ ਤੁਸੀਂ ਬੜੀ ਚੰਗੀ ਤਰ੍ਹਾਂ ਸਮਝੇ ਹੋਣਗੇ। ਅਤੇ ਚਲੋ ਫਿਰ ਆਪਾਂ ਤੁਹਾਡੇ ਤੋਂ ਪੁੱਛ ਲੈਂਦੇ ਹਾਂ ਕਿ ਤੁਹਾਨੂੰ ਵਾਕਈ ਸਮਝ ਆਏ ਨੇ ਕਿ ਨਹੀਂ ਸਮਝ ਆਏ ਨੇ। ਅਤੇ ਮੈਂ ਜੋ ਪ੍ਰਸ਼ਨ ਪੁੱਛਾਂਗੀ ਅਤੇ ਉਹ ਵਾਲੇ ਜੋ ਪ੍ਰਸ਼ਨ ਨੇ ਤੁਸੀਂ ਆਪਣੇ ਮੇਰੇ ਉੱਤਰ ਦੱਸਣ ਤੋਂ ਪਹਿਲਾਂ ਹੀ ਉਹਨਾਂ ਉੱਤਰਾਂ ਨੂੰ ਬੱਚਿਓ ਦੱਸ ਦੇਣਾ ਹੈ। ਅਤੇ ਮੈਨੂੰ ਪੂਰਾ ਯਕੀਨ ਹੈ ਕਿ ਇਹ ਪਾਠ ਤੁਹਾਨੂੰ ਬੜੀ ਚੰਗੀ ਤਰ੍ਹਾਂ ਸਮਝ ਆਇਆ ਹੈ ਅਤੇ ਮੇਰੇ ਉੱਤਰ ਦੱਸਣ ਤੋਂ ਪਹਿਲਾਂ ਤੁਸੀਂ ਇਹਨਾਂ ਉੱਤਰਾਂ ਦੇ ਜਵਾਬ ਖੁਦ ਨੂੰ ਦੇ ਦਿਓਗੇ ਅਤੇ ਮੈਨੂੰ ਇਸ ਗੱਲ ਦਾ ਪੂਰਾ ਯਕੀਨ ਹੈ। ਅਤੇ ਆਓ ਫਿਰ ਮੈਂ ਕੁਝ ਪ੍ਰਸ਼ਨ ਪੁੱਛਾਂ ਤੁਹਾਡੇ ਤੋਂ। ਸੁਰਿੰਦਰ ਕੌਰ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ? ਉੱਤਰ, ਸੁਰਿੰਦਰ ਕੌਰ ਦਾ ਜਨਮ 25 ਨਵੰਬਰ 1929 ਈਸਵੀ ਨੂੰ ਦੀਵਾਨ ਬਿਸ਼ਨ ਸਿੰਘ ਦੇ ਘਰ ਮਾਂ ਮਾਇਆ ਦੇਵੀ ਦੀ ਕੁੱਖੋਂ ਲਾਹੌਰ ਵਿਖੇ ਹੋਇਆ। ਠੀਕ ਹੈ ਬੱਚਿਓ। ਅਤੇ ਅਗਲਾ ਪ੍ਰਸ਼ਨ ਹੈ, ਸੁਰਿੰਦਰ ਕੌਰ ਨੇ ਕਿਹੜੇ ਕਿਹੜੇ ਉਸਤਾਦਾਂ ਤੋਂ ਗਾਇਕੀ ਦੀ ਸਿੱਖਿਆ ਹਾਸਲ ਕੀਤੀ? ਅਤੇ ਪਤਾ ਹੈ ਬੱਚਿਓ ਤੁਹਾਨੂੰ, ਅਤੇ ਮੈਨੂੰ ਪੂਰਾ ਯਕੀਨ ਹੈ ਕਿ ਤੁਹਾਨੂੰ ਇਹ ਪਤਾ ਹੈ। ਅਤੇ ਚਲੋ ਫਿਰ ਮੈਂ ਉੱਤਰ ਦੱਸ ਦਿੰਦੀ ਹਾਂ। ਸੁਰਿੰਦਰ ਕੌਰ ਨੇ ਬੜੇ ਗੁਲਾਮ ਅਲੀ ਖਾਨ ਦੇ ਭਾਂਜੇ ਅਨਾਇਤ ਹੁਸੈਨ ਤੋਂ ਸ਼ਾਸਤਰੀ ਸੰਗੀਤ, ਪਟਿਆਲੇ ਘਰਾਣੇ ਦੇ ਉਸਤਾਦਾਂ ਤੋਂ ਸ਼ਾਸਤਰੀ ਸੰਗੀਤ, ਗਜ਼ਲ, ਠੁਮਰੀ ਅਤੇ ਕੁੰਦਨ ਲਾਲ ਸ਼ਰਮਾ ਤੋਂ ਕਾਫੀਆਂ ਗਾਉਣ ਦੀ ਸਿੱਖਿਆ ਲਈ। ਉਸ ਤੋਂ ਬਾਅਦ ਬੱਚਿਓ ਅਗਲਾ ਪ੍ਰਸ਼ਨ, ਛੋਟੀ ਉਮਰ ਵਿੱਚ ਹੀ ਸੁਰਿੰਦਰ ਕੌਰ ਦੀ ਪ੍ਰਸਿੱਧੀ ਵਧੀ, ਦੱਸੋ ਕਿਵੇਂ? ਉੱਤਰ, ਸੁਰਿੰਦਰ ਕੌਰ ਨੇ 12-13 ਸਾਲ ਦੀ ਉਮਰ ਵਿੱਚ ਲਾਹੌਰ ਰੇਡੀਓ ਸਟੇਸ਼ਨ ਤੋਂ ਪਹਿਲਾ ਗੀਤ ਗਾਇਆ। ਉਸ ਦੀ ਆਵਾਜ਼ ਤੋਂ ਪ੍ਰਭਾਵਿਤ ਹੋ ਕੇ ਹਿਜ਼ ਮਾਸਟਰਸ ਵਾਇਸ ਕੰਪਨੀ ਤੇ ਫਿਲਮ ਵਾਲਿਆਂ ਨੇ ਉਸ ਨੂੰ ਗਾਉਣ ਲਈ ਬੁਲਾਇਆ। ਇਸ ਤਰ੍ਹਾਂ ਛੋਟੀ ਉਮਰ ਵਿੱਚ ਹੀ ਉਹ ਪ੍ਰਸਿੱਧੀ ਵੱਲ ਵੱਧ ਗਈ। ਅਗਲਾ ਪ੍ਰਸ਼ਨ, ਸੁਰਿੰਦਰ ਕੌਰ ਨੇ ਆਪਣੀ ਗਾਇਕੀ ਬਾਰੇ ਆਪ ਕੀ ਦੱਸਿਆ? ਬੱਚਿਓ ਸੁਰਿੰਦਰ ਕੌਰ ਨੇ ਦੱਸਿਆ ਕਿ ਗਾਉਣ ਦਾ ਸ਼ੌਂਕ ਉਸਨੂੰ ਬਚਪਨ ਤੋਂ ਹੀ ਸੀ। ਰੱਬ ਨੇ ਹੀ ਉਹਨੂੰ ਇਹ ਸ਼ੌਂਕ ਲਾਇਆ ਅਤੇ ਉਸ ਦੀ ਕਿਰਪਾ ਨਾਲ ਹੀ ਇਹ ਸ਼ੌਕ ਪੂਰਾ ਹੋਇਆ ਅਤੇ ਅੱਗੇ ਵੀ ਹੁੰਦਾ ਰਹੇਗਾ। ਇਹ ਉਹ ਅਕਸਰ ਕਹਿੰਦੇ ਹੁੰਦੇ ਸਨ ਬੱਚਿਓ। ਅਤੇ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ, ਸੁਰਿੰਦਰ ਕੌਰ ਦੇ ਕਿਹੜੇ ਕਿਹੜੇ ਗੀਤ ਵਧੇਰੇ ਹਰਮਨ ਪਿਆਰੇ ਹੋਏ? ਉੱਤਰ ਹੈ ਬੱਚਿਓ, ਸੁਰਿੰਦਰ ਕੌਰ ਦੇ ਹੇਠ ਲਿਖੇ ਗੀਤ ਬਹੁਤ ਹਰਮਨ ਪਿਆਰੇ ਹੋਏ, ਜੋ ਮੈਂ ਤੁਹਾਨੂੰ ਦੱਸਦੀ ਹਾਂ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਤੇਰੇ ਪੈਰ ਬਾਂਕੀਏ ਨਾਰੇ ਨੀ, ਜਾਂ ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡ ਜਾਣਾ, ਸਾਡੀ ਲੰਮੀ ਉਡਾਰੀ ਵੇ ਬਾਬਲ ਕਿਹੜੇ ਦੇਸ਼ ਜਾਣਾ,
ਜਾਂ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਇਆ। ਇਹ ਗੀਤ ਜੋ ਕਿ ਲੋਕ ਗੀਤ ਹਨ ਬਹੁਤ ਮਸ਼ਹੂਰ ਹੋਏ। ਉਸ ਤੋਂ ਬਾਅਦ ਅਗਲਾ ਪ੍ਰਸ਼ਨ, ਸਾਡਾ ਚਿੜੀਆਂ ਦਾ ਚੰਬਾ ਗੀਤ ਸੁਰਿੰਦਰ ਕੌਰ ਦੇ ਪਰਿਵਾਰ ਵਿੱਚੋਂ ਹੋਰ ਕਿਸ ਕਿਸ ਨੇ ਗਾਇਆ? ਉੱਤਰ, ਇਹ ਗੀਤ ਤਿੰਨੇ ਭੈਣਾਂ ਪ੍ਰਕਾਸ਼ ਕੌਰ, ਸੁਰਿੰਦਰ ਕੌਰ ਅਤੇ ਨਰਿੰਦਰ ਕੌਰ ਨੇ ਗਾਇਆ। ਫਿਰ ਇਹੀ ਗੀਤ ਸੁਰਿੰਦਰ ਕੌਰ ਦੀ ਧੀ ਡੋਲੀ ਗੁਲੇਰੀਆ ਅਤੇ ਦੋਤੀ ਸੁਨੈਣਾ ਨੇ ਵੀ ਗਾਇਆ। ਉਸ ਤੋਂ ਬਾਅਦ ਬੱਚਿਓ, ਸੁਰਿੰਦਰ ਕੌਰ ਦੇ ਪਤੀ ਨੇ ਉਹਨਾਂ ਦੀ ਗਾਇਕੀ ਵਿੱਚ ਕੀ ਯੋਗਦਾਨ ਪਾਇਆ? ਉੱਤਰ, ਸੁਰਿੰਦਰ ਕੌਰ ਦੇ ਪਤੀ ਵਧੀਆ ਕਵਿਤਾਵਾਂ ਲੱਭ ਕੇ ਲਿਆਉਂਦੇ ਤੇ ਫਿਰ ਉਹਨਾਂ ਬੋਲਾਂ ਨੂੰ ਸੰਗੀਤ ਦੀਆਂ ਧੁਨਾਂ 'ਤੇ ਗਾਉਣ ਲਈ ਉਸ ਨੂੰ ਉਤਸ਼ਾਹਿਤ ਕਰਦੇ। ਉਹ ਉਸ ਨੂੰ ਰੋਜ਼ਾਨਾ ਰਿਆਜ਼ ਕਰਨ ਲਈ ਵੀ ਆਖਦੇ। ਇਸ ਤਰ੍ਹਾਂ ਉਹਨਾਂ ਨੇ ਉਹਨਾਂ ਦਾ ਸਾਥ ਨਿਭਾਇਆ। ਉਸ ਤੋਂ ਬਾਅਦ ਕੀ ਕਾਰਨ ਸੀ ਕਿ ਸੁਰਿੰਦਰ ਕੌਰ ਗੀਤ ਪੇਸ਼ ਕਰਨ ਸਮੇਂ ਆਪਣੇ ਸਰੋਤਿਆਂ ਨੂੰ ਕੀਲ ਲੈਂਦੀ ਸੀ? ਉੱਤਰ, ਉਸ ਦੀ ਸੁਰੀਲੀ ਆਵਾਜ਼, ਹੱਥਾਂ ਵਿੱਚ ਘੁੰਗਰੂ ਫੜ ਕੇ ਤਾਲ ਦੇਣ ਦਾ ਅੰਦਾਜ਼ ਅਤੇ ਉੱਚੀ ਹੇਕ ਸਰੋਤਿਆਂ ਨੂੰ ਕੀਲ ਲੈਂਦੀ ਸੀ। ਸੁਰਿੰਦਰ ਕੌਰ ਸਧਾਰਨ ਲੋਕ ਸਾਜ਼ਾਂ ਦੀ ਵਰਤੋਂ ਕਰਦੀ ਸੀ। ਅੱਗੇ ਬੱਚਿਓ, ਸੁਰਿੰਦਰ ਕੌਰ ਨੇ ਪੰਜਾਬ ਤੋਂ ਇਲਾਵਾ ਹੋਰ ਕਿਹੜੀਆਂ-ਕਿਹੜੀਆਂ ਥਾਵਾਂ 'ਤੇ ਗੀਤ ਪੇਸ਼ ਕੀਤੇ? ਉੱਤਰ, ਸੁਰਿੰਦਰ ਕੌਰ ਨੇ ਪੰਜਾਬ ਤੋਂ ਇਲਾਵਾ ਭਾਰਤ ਦੇ ਮਹਾਨਗਰਾਂ ਮੁੰਬਈ, ਕੋਲਕਾਤਾ, ਪੂਨਾ, ਮਦਰਾਸ, ਬੈਂਗਲੁਰੂ, ਪਟਨਾ, ਦਿੱਲੀ ਅਤੇ ਬਾਹਰਲੇ ਮੁਲਕ ਜਿਵੇਂ ਕਿ ਰੂਸ, ਚੀਨ, ਇੰਗਲੈਂਡ, ਕੈਨੇਡਾ, ਅਮਰੀਕਾ ਅਤੇ ਅਫਰੀਕਾ ਆਦਿ ਥਾਵਾਂ 'ਤੇ ਜਾ ਕੇ ਗੀਤ ਪੇਸ਼ ਕੀਤੇ। ਬੱਚਿਓ, ਇਹ ਸਨ ਆਪਣੇ ਪ੍ਰਸ਼ਨ ਉੱਤਰ ਤੇ ਹੁਣ ਆਪਾਂ ਵਾਕਾਂ ਵਿੱਚ ਵਰਤੋਂ ਕਰਦੇ ਹਾਂ ਤੇ ਕੁਝ ਸ਼ਬਦ ਮੈਂ ਤੁਹਾਨੂੰ ਦੱਸਾਂਗੀ ਬੱਚਿਓ ਤੇ ਉਹਨਾਂ ਦੇ ਅਰਥ ਵੀ ਤੁਹਾਨੂੰ ਦੱਸਾਂਗੀ ਤੇ ਆਪਾਂ ਵਾਕਾਂ ਦੇ ਵਿੱਚ ਉਹਨਾਂ ਨੂੰ ਬਣਾਵਾਂਗੇ। ਠੀਕ ਹੈ, ਇਹ ਆਪਾਂ ਤਾਂ ਕਰਕੇ ਬਣਾਉਣੇ ਆ ਬੱਚਿਓ ਤਾਂ ਜੋ ਆਪਾਂ ਆਪਣੀ ਨਿੱਕੀ ਜਿਹੀ ਗੱਲ ਨੂੰ ਵੀ ਆਪਾਂ ਵਿਸਥਾਰਪੂਰਵਕ ਕਹਿ ਸਕੀਏ। ਇੱਕ ਸ਼ਬਦ ਤੋਂ ਹੀ ਆਪਾਂ ਪੂਰਾ ਵਾਕ ਬਣਾ ਸਕੀਏ। ਠੀਕ ਹੈ ਨਾ। ਪੰਜਾਬੀ ਵਿਸ਼ੇ ਦਾ ਮਕਸਦ ਹੀ ਇਹੀ ਹੈ ਕਿ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਵਿਸਥਾਰ ਨਾਲ ਆਖ ਸਕੋ। ਤੇ ਚਲੋ ਫਿਰ ਪਹਿਲਾ ਜੋ ਸ਼ਬਦ ਹੈ ਉਹ ਹੈ ਕਲਾਕਾਰ। ਕਲਾਕਾਰ ਕੌਣ ਹੁੰਦਾ ਹੈ? ਕਲਾ ਦਾ ਜਾਣੂ। ਕਲਾਕਾਰ ਕਿਸੇ ਵੀ ਕੌਮ ਦਾ ਸਰਮਾਇਆ ਹੁੰਦੇ ਹਨ। ਠੀਕ ਹੈ, ਤੁਸੀਂ ਆਪਣੇ ਅਨੁਸਾਰ ਵੀ ਇਹਨਾਂ ਨੂੰ ਬਣਾ ਸਕਦੇ ਹੋ। ਮੈਂ ਤਾਂ ਇੱਕ ਉਦਾਹਰਨ ਹੀ ਪੇਸ਼ ਕਰ ਰਹੀ ਹਾਂ ਬੱਚਿਓ। ਤੇ ਅੱਗੇ ਹੈ ਅੰਤਰਰਾਸ਼ਟਰੀ, ਸੰਸਾਰ ਪੱਧਰੀ। ਠੀਕ ਹੈ, ਸੁਰਿੰਦਰ ਕੌਰ ਨੇ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧੀ ਪ੍ਰਾਪਤ ਕੀਤੀ। ਅੱਗੇ ਆ ਪ੍ਰਭਾਵਿਤ, ਜਿਸ ਉੱਤੇ ਪ੍ਰਭਾਵ ਪਿਆ ਹੋਵੇ। ਆਪਾਂ ਕਹਾਂਗੇ, ਕੋਈ ਵੀ ਕਹਿ ਸਕਦੇ ਹਾਂ ਵੀ ਉਹਨਾਂ ਦੇ ਗੀਤਾਂ ਤੋਂ ਅਸੀਂ ਬਹੁਤ ਪ੍ਰਭਾਵਿਤ ਹਾਂ। ਤੇ ਜਿਵੇਂ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਵੀ ਕਰੋਨਾ ਵਾਇਰਸ ਇੰਨਾ ਚੱਲ ਰਿਹਾ ਹੈ, ਆਪਾਂ ਕਹਿ ਸਕਦੇ ਕਿ ਕਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ। ਅੱਗੇ ਆ ਹਰਮਨ ਪਿਆਰਾ, ਸਭ ਦਾ ਚਹੇਤਾ। ਪਹਿਲਾਂ ਗੁੱਲੀ ਡੰਡਾ ਹਰਮਨ ਪਿਆਰੀ ਖੇਡ ਹੁੰਦੀ ਸੀ, ਪਰ ਹੁਣ ਅੱਜ ਕੱਲ੍ਹ ਇਹ ਖੇਡ ਅਲੋਪ ਹੁੰਦੀ ਜਾ ਰਹੀ ਹੈ। ਜਾਂ ਆਪਾਂ ਕਹਿ ਸਕਦੇ ਹਾਂ ਵੀ ਸੁਰਿੰਦਰ ਕੌਰ ਜੀ ਸਭ ਦੇ ਹਰਮਨ ਪਿਆਰੇ ਗਾਇਕਾ ਹਨ। ਠੀਕ ਹੈ, ਸਿਰਕੱਢ ਮਸ਼ਹੂਰ, ਸੁਰਿੰਦਰ ਕੌਰ ਪੰਜਾਬ ਦੀ ਸਿਰਕੱਢ ਗਾਇਕਾ ਸੀ। ਅੱਗੇ ਹਿੰਦੁਸਤਾਨ, ਦੇਸ਼ ਦਾ ਨਾਂ ਹੈ ਬੱਚਿਓ। ਕਸ਼ਮੀਰ ਹਿੰਦੁਸਤਾਨ ਦਾ ਅਟੁੱਟ ਅੰਗ ਹੈ। ਜਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਹਿੰਦੁਸਤਾਨ ਸਾਡਾ ਦੇਸ਼ ਹੈ। ਅੱਗੇ ਸੱਭਿਆਚਾਰ, ਜੀਵਨ ਦਾ ਢੰਗ। ਪੰਜਾਬੀ ਸੱਭਿਆਚਾਰ ਬਹੁਤ ਅਮੀਰ ਹੈ। ਅੱਗੇ ਬੱਚਿਓ ਸੁਹਾਗ, ਖੁਸ਼ੀ ਦਾ ਮੌਕਾ। ਚੂੜੇ ਨੂੰ ਸੁਹਾਗ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਠੀਕ ਹੈ, ਫਿਰ ਆਪਾਂ ਇਹਨਾਂ ਦੇ ਨਾਲ ਜੋ ਰਲਦੇ ਮਿਲਦੇ ਆਪਾਂ ਦੇਖਦੇ ਹਾਂ ਔਖੇ ਸ਼ਬਦਾਂ ਦੇ ਅਰਥ ਕਰਦੇ ਹਾਂ ਬੱਚਿਓ। ਜਦੋਂ ਆਪਾਂ ਪਾਠ ਪੜ੍ਹਿਆ ਹੋਏਗਾ ਕੁਝ ਸ਼ਬਦ ਇਹੋ ਜਿਹੇ ਹੋਣੇ ਆ ਜਿਹੜੇ ਤੁਹਾਨੂੰ ਔਖੇ ਲੱਗੇ ਹੋਣੇ ਆ, ਹੈ ਨਾ, ਅਤੇ ਆਪਾਂ ਉਹਨਾਂ ਦੇ ਅਰਥ ਕਰ ਲੈਂਦੇ ਹਾਂ ਬੱਚਿਓ। ਠੀਕ ਹੈ, ਅਤੇ ਸਭ ਤੋਂ ਪਹਿਲਾਂ ਔਖਾ ਸ਼ਬਦ ਹੈ ਸੁਰੀਲੀ। ਆਪਾਂ ਦੇਖਦੇ ਇਸ ਦਾ ਅਰਥ ਕੀ ਹੈ? ਮਿੱਠੀ ਸੁਰ ਵਿੱਚ। ਸ਼ੋਹਰਤ, ਪ੍ਰਸਿੱਧੀ, ਮਸ਼ਹੂਰੀ। ਪ੍ਰਬਲ ਇੱਛਾ, ਤੀਬਰ ਇੱਛਾ। ਇਲਾਹੀ ਸਰੂਰ,
ਰੱਬੀ ਮਸਤੀ, ਅਪਾਰ ਕਿਰਪਾ, ਅਤਿਅੰਤ ਮਿਹਰ। ਦਹਾਕਾ 10 ਵਰ੍ਹਿਆਂ ਦਾ ਸਮਾਂ। ਉਸਤਾਦ ਸਿੱਖਿਅਕ, ਕੋਈ ਹੁਨਰ ਸਿਖਾਉਣ ਵਾਲਾ। ਰਿਆਜ਼ ਅਭਿਆਸ, ਮੁਹਾਰਤ। ਸਰੋਤੇ ਸੁਣਨ ਵਾਲੇ। ਸਮਰੱਥਾ ਯੋਗਤਾ, ਤਾਕਤ, ਬਲ, ਸ਼ਕਤੀ। ਸਮਰਪਿਤ ਅਰਪਣ ਕੀਤਾ ਹੋਇਆ, ਭੇਟਾ ਚੜਿਆ। ਭਰਪੂਰ ਭਰਿਆ ਹੋਇਆ, ਪੂਰਨ। ਠੀਕ ਹੈ ਬੱਚੋ, ਦੇਖੋ ਬੜੀ ਚੰਗੀ ਤਰ੍ਹਾਂ ਆਪਾਂ ਪਾਠ ਵੀ ਪੜ੍ਹਿਆ, ਪ੍ਰਸ਼ਨ ਉੱਤਰ ਵੀ ਕੀਤੇ, ਵਾਕਾਂ ਦੇ ਵਿੱਚ ਵੀ ਵਰਤਿਆ। ਠੀਕ ਹੈ, ਅਤੇ ਔਖੇ ਸ਼ਬਦਾਂ ਦੇ ਅਰਥ ਵੀ ਕੀਤੇ ਨੇ। ਅਤੇ ਹੁਣ ਤਾਂ ਤੁਹਾਨੂੰ ਸਾਰਾ ਕੁਝ ਸਮਝਾ ਦਿੱਤਾ ਗਿਆ ਹੈ ਅਤੇ ਤੁਸੀਂ ਸਮਝ ਵੀ ਲਿਆ ਹੋਣਾ ਬੱਚੋ। ਅੱਛੇ ਚੰਗੇ ਚੰਗੇ ਬੱਚੇ ਬਣਨਾ ਹੈ ਅਤੇ ਚੰਗੇ ਬੱਚੇ ਬਣ ਕੇ ਆਪਣਾ ਨਾਂ ਰੌਸ਼ਨ ਕਰਨਾ ਹੈ, ਆਪਣੇ ਮਾਤਾ ਪਿਤਾ ਦਾ ਨਾਂ ਰੌਸ਼ਨ ਕਰਨਾ ਹੈ ਅਤੇ ਆਪਣੇ ਅਧਿਆਪਕਾਂ ਦਾ ਨਾਂ ਰੌਸ਼ਨ ਕਰਨਾ ਹੈ। ਧਿਆਨ ਰੱਖੋ ਬੱਚਿਓ ਆਪਣਾ। ਸੁਣਨ ਅਤੇ ਸਮਝਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।